ਨਾਓ ਲੈਟਸ ਸਟਾਰਟ ਪਾਰਟ 2। ਸੋ ਇੱਕ ਫਾਈਨ ਸਪਰਿੰਗ ਡੇ ਆਫਟਰਨੂਨ ਨੂੰ ਬੱਸ ਜਦੋਂ ਪਿੰਡ ਦੇ ਵਿੱਚੋਂ ਨਿਕਲਣ ਵਾਲੀ ਸੀਗੀ ਅਤੇ ਉਹ ਮੇਨ ਹਾਈਵੇ ਵੱਲ ਨੂੰ ਟਰਨ ਕਰਨ ਲੱਗੀ ਸੀਗੀ ਤਾਂ ਇੱਕ ਛੋਟੀ ਜਿਹੀ ਆਵਾਜ਼ ਸੁਣਾਈ ਦਿੰਦੀ ਹੈ। ਇਹ ਚਲਾਉਂਦੇ ਹੋਏ ਸਟਾਪ ਦਾ ਬੱਸ ਅਤੇ ਇੱਕ ਛੋਟਾ ਜਿਹਾ ਹੱਥ ਖੜਾ ਹੁੰਦਾ ਹੈ ਬੱਸ ਨੂੰ ਰੋਕਣ ਦੇ ਲਈ। ਬੱਸ ਸਲੋ ਹੋ ਜਾਂਦੀ ਆ, ਬਿਲਕੁਲ ਸਲੋ ਹੋ ਜਾਂਦੀ ਹੈ ਅਤੇ ਕੰਡਕਟਰ ਡੋਰ ਦੇ ਵਿੱਚੋਂ ਆਪਣਾ ਹੈੱਡ ਬਾਹਰ ਕੱਢਦੇ ਹੋਏ ਪੁੱਛਦਾ ਹੈ, ਕਹਿੰਦਾ ਆ ਜਲਦੀ ਆਓ, ਜਿਹਨੇ ਵੀ ਆਉਣਾ ਜਲਦੀ ਆ ਜਾਓ। ਸੋ ਵੈਲੀ ਚਲਾਉਂਦੇ ਹੋਏ ਕਹਿੰਦੀ ਆ ਮੈਂ ਆਉਣਾ ਹੈ, ਆਈ ਐਮ ਦਾ ਵਨ ਹੂ ਹੈਜ਼ ਟੂ ਗੈਟ ਹੋਮ। ਹੁਣ ਜਿਹੜੀ ਬੱਸ ਸੀਗੀ ਉਹ ਬਿਲਕੁਲ ਹੀ ਰੁਕ ਚੁੱਕੀ ਸੀਗੀ ਅਤੇ ਕੰਡਕਟਰ ਕਹਿੰਦਾ ਉਹ ਸੱਚੀ ਤੁਸੀਂ ਆਉਣਾ ਚਾਹੁੰਦੇ ਹੋ? ਤਾਂ ਵੈਲੀ ਕਹਿੰਦੀ ਆ ਮੈਂ ਟਾਊਨ ਜਾਣਾ ਚਾਹੁੰਦੀ ਹਾਂ। ਉਹ ਬੱਸ ਦੇ ਬਾਹਰ ਹੀ ਖੜੀ ਸੀਗੀ ਅਤੇ ਉਹ ਦਿਖਾਉਂਦੀ ਹੈ, ਕਹਿੰਦੀ ਆ ਦੇਖੋ ਮੇਰੇ ਕੋਲ ਮਨੀ ਵੀ ਹੈਗੀ ਆ ਅਤੇ ਉਹ ਕੰਡਕਟਰ ਨੂੰ ਕੁਛ ਕੋਇਨਸ ਦਿਖਾਉਂਦੀ ਆ। ਤਾਂ ਕੰਡਕਟਰ ਕਹਿੰਦਾ ਓਕੇ ਓਕੇ, ਕਹਿੰਦਾ ਪਹਿਲਾਂ ਬੱਸ ਦੇ ਵਿੱਚ ਤਾਂ ਚੜ੍ਹੋ ਅਤੇ ਉਹ ਆਪਣਾ ਹੱਥ ਕੱਢਦਾ ਬਾਹਰ ਉਹਦੀ ਹੈਲਪ ਦੇ ਲਈ। ਪਰ ਵੈਲੀ ਕਹਿੰਦੀ ਆ ਨੈਵਰ ਮਾਈਂਡ, ਆਈ ਕੈਨ ਗੈਟ ਔਨ ਬਾਏ ਮਾਈ ਸੈਲਫ, ਮੈਂ ਆਪਣੇ ਆਪ ਚੜ੍ਹ ਸਕਦੀ ਹਾਂ, ਮੈਨੂੰ ਤੁਹਾਡੀ ਹੈਲਪ ਦੀ ਲੋੜ ਨਹੀਂ ਹੈਗੀ। ਕੰਡਕਟਰ ਜਿਹੜਾ ਹੈਗਾ ਉਹ ਜੋਲੀ ਸੌਟ ਫੌਂਡ ਆਫ ਜੋਕਿੰਗ ਪਰਸਨ ਹੈ, ਠੀਕ ਹੈ। ਜੋਲੀ ਸੌਟ ਮੀਨਸ ਹੈਪੀ ਐਂਡ ਸਮਾਈਲਿੰਗ ਪਰਸਨ, ਅਤੇ ਉਹਨੂੰ ਜੋਕ ਕਰਨ ਦਾ, ਮਜ਼ਾਕ ਕਰਨ ਦਾ ਬਹੁਤ ਜ਼ਿਆਦਾ ਉਹ ਸ਼ੌਕੀਨ ਆ। ਤਾਂ ਉਹ ਕਹਿੰਦਾ ਉਹ ਮੈਡਮ ਪਲੀਜ਼ ਮੇਰੇ ਨਾਲ ਗੁੱਸੇ ਨਾ ਹੋਵੋ, ਮਾਈ ਫਾਈਨ ਮੈਡਮ। ਤਾਂ ਉਹ ਕਹਿੰਦਾ ਆ ਹੇਅਰ ਹੈਵ ਅ ਸੀਟ ਅਪ ਦੇਅਰ ਇਨ ਫਰੰਟ, ਕਹਿੰਦਾ ਇੱਥੇ ਮੂਹਰੇ ਬੈਠ ਜਾਓ ਤੁਸੀਂ। ਐਵਰੀ ਵਨ ਮੂਵ ਅ ਸਾਈਡ ਪਲੀਜ਼ ਮੇਕ ਵੇ ਫਾਰ ਮੈਡਮ, ਅਤੇ ਉਹ ਪੈਸੈਂਜਰਸ ਨੂੰ ਕਹਿੰਦਾ ਵੀ ਸਾਰੇ ਜਣੇ ਸਾਈਡ 'ਤੇ ਹੋ ਜਾਓ ਪਲੀਜ਼, ਮੈਡਮ ਦੇ ਲਈ ਰਸਤਾ ਬਣਾਓ। ਸੋ ਹੁਣ ਉਹ ਸਲੈਕ ਟਾਈਮ ਹੁੰਦਾ ਆ ਟਾਈਮ ਵੈਨ ਦੇਰ ਇਜ਼ ਨੋਟ ਮੱਚ ਵਰਕ, ਮੀਨਸ ਜਦੋਂ ਜ਼ਿਆਦਾ ਕੰਮ ਨਹੀਂ ਹੁੰਦਾ। ਸੋ ਕਹਿੰਦੇ ਇੱਕ ਸਲੈਕ ਟਾਈਮ ਸੀਗਾ ਕਿਉਂਕਿ ਸਵਾਰੀਆਂ ਬੱਸ ਦੇ ਵਿੱਚ ਸਿਰਫ 6-7 ਪੈਸੈਂਜਰਸ ਹੀ ਸੀਗੇ ਅਤੇ ਇਸ ਟਾਈਮ ਦੇ ਉੱਤੇ ਕਾਫੀ ਘੱਟ ਸਵਾਰੀਆਂ ਹੁੰਦੀਆਂ ਨੇ। ਅਤੇ ਉਹ ਸਾਰੀਆਂ ਸਵਾਰੀਆਂ ਵੈਲੀ ਵੱਲ ਦੇਖ ਰਹੀਆਂ ਸੀ ਅਤੇ ਕੰਡਕਟਰ ਦੇ ਨਾਲ ਹੱਸ ਰਹੀਆਂ ਸੀਗੀਆਂ। ਸੋ ਵੈਲੀ ਜਿਹੜੀ ਹੈਗੀ ਉਹ ਥੋੜ੍ਹਾ ਸ਼ਰਮਾਉਂਦੀ ਆ ਅਤੇ ਹਰ ਇੱਕ ਦੀਆਂ ਅੱਖਾਂ ਨੂੰ ਅਵੋਇਡ ਕਰਦੇ ਹੋਏ ਉਹ ਜਲਦੀ ਜਾ ਕੇ ਖਾਲੀ ਸੀਟ ਦੇ ਉੱਤੇ ਬੈਠ ਜਾਂਦੀ ਆ। ਸੋ ਹੁਣ ਕੰਡਕਟਰ ਕਹਿੰਦਾ ਮੈਡਮ ਕੀ ਹੁਣ ਅਸੀਂ ਬੱਸ ਸਟਾਰਟ ਕਰ ਸਕਦੇ ਹਾਂ? ਓਕੇ, ਸੋ ਕੰਡਕਟਰ ਕਹਿੰਦਾ ਮੈਮ ਹੁਣ ਅਸੀਂ ਬੱਸ ਸਟਾਰਟ ਕਰ ਸਕਦੇ ਹਾਂ। ਤਾਂ ਉਹ ਵਿਸਲ ਵਜਾਉਂਦਾ 2 ਵਾਰੀ ਅਤੇ ਬੱਸ ਜਿਹੜੀ ਹੈਗੀ ਆ ਉਹ ਰੋਅਰ ਦੇ ਨਾਲ ਅੱਗੇ ਮੂਵ ਕਰਨਾ ਸ਼ੁਰੂ ਕਰ ਦਿੰਦੀ ਆ। ਇਹ ਬਿਲਕੁਲ ਨਵੀਂ ਬੱਸ ਸੀਗੀ, ਇਹਦੇ ਬਾਹਰ ਚਮਕਦਾ ਹੋਇਆ ਵਾਈਟ ਕਲਰ ਕੀਤਾ ਹੋਇਆ ਸੀ ਅਤੇ ਉਹਦੇ ਵਿੱਚ ਗਰੀਨ ਕਲਰ ਦੀਆਂ ਸਟ੍ਰਿਪਸ ਸੀਗੀਆਂ ਸਾਈਡ 'ਤੇ। ਅਤੇ ਜਿਹੜੇ ਅੰਦਰ ਜਿਹੜੇ ਓਵਰਹੈੱਡ ਬਾਰਸ ਸੀਗੇ, ਮੀਨਸ ਉੱਪਰ ਜਿਹਦੇ ਵਿੱਚ ਸਮਾਨ ਰੱਖਣ ਲਈ ਜਗ੍ਹਾ ਬਣੇ ਹੁੰਦੇ ਆ, ਠੀਕ ਹੈ। ਓਵਰਹੈੱਡ ਬਾਰ ਜਿਹੜੇ ਸੀਗੇ ਉਹ ਸਿਲਵਰ ਦੀ ਤਰ੍ਹਾਂ ਚਮਕ ਰਹੇ ਸੀਗੇ। ਅਤੇ ਵੈਲੀ ਦੇ ਬਿਲਕੁਲ ਸਾਹਮਣੇ ਵਿੰਡਸ਼ੀਲਡ ਦੇ ਉੱਪਰ, ਵਿੰਡਸ਼ੀਲਡ ਹੁੰਦਾ ਆ ਜਿਹੜਾ ਬੱਸ ਦੇ ਬਿਲਕੁਲ ਫਰੰਟ ਵਾਲਾ ਸ਼ੀਸ਼ਾ ਹੁੰਦਾ ਜਿਹਦੇ ਵਿੱਚੋਂ ਆਪਾਂ ਨੂੰ ਸਭ ਕੁਛ ਅੱਗੇ ਦਿਖਾਈ ਦਿੰਦਾ ਆ, ਠੀਕ ਆ। ਸੋ ਉਹ ਜਿਹੜੀ ਵਿੰਡਸ਼ੀਲਡ ਹੈਗੀ ਆ ਉਹਦੇ ਬਿਲਕੁਲ ਉੱਪਰ ਇੱਕ ਬਿਊਟੀਫੁਲ ਕਲੌਕ ਲੱਗਿਆ ਹੋਇਆ ਸੀਗਾ ਅਤੇ ਉਹਦੀਆਂ ਜਿਹੜੀਆਂ ਸੀਟਸ ਸੀਗੀਆਂ ਬੱਸ ਦੀਆਂ ਬਹੁਤ ਜ਼ਿਆਦਾ ਸੋਫਟ ਐਂਡ ਬਹੁਤ ਜ਼ਿਆਦਾ ਆਰਾਮਦਾਇਕ ਸੀਗੀਆਂ, ਲਗਜ਼ਰੀਜ਼ ਸੀਗੀਆਂ। ਸੋ ਵੈਲੀ ਜਿਹੜੀ ਹੈਗੀ ਆ ਹਰ ਇੱਕ ਚੀਜ਼ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਦੀ ਆ। ਜਦੋਂ ਉਹ ਬਾਹਰ ਦੇਖਣਾ ਸ਼ੁਰੂ ਕਰਦੀ ਆ ਤਾਂ ਉਹ ਦੇਖਦੀ ਆ ਵੀ ਜਿਹੜਾ ਉਹ ਕੈਨਵਸ ਬਲਾਈਂਡ ਲੱਗਿਆ ਹੋਇਆ ਸੀਗਾ, ਮੀਨਸ ਕੈਨਵਸ ਲੱਗਿਆ ਹੋਇਆ ਸੀਗਾ, ਕੱਪੜਾ ਜਿਹਾ ਲੱਗਿਆ ਹੋਇਆ ਸੀ, ਉਹਦੇ ਕਰਕੇ ਕੀ ਆ ਹੁਣ ਉਹ ਵਿੰਡੋ 'ਤੇ ਜੋ ਕੱਪੜਾ ਲੱਗਿਆ ਹੋਇਆ ਸੀਗਾ ਉਹਦੇ ਕਰਕੇ ਕੀ ਆ ਹੁਣ ਵਿੰਡੋ ਦੇ ਲੋਅਰ ਪਾਰਟ ਦੇ ਵਿੱਚ ਉਹਨੂੰ ਕੁਛ ਵੀ ਬਾਹਰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਹੁਣ ਉਹ ਆਪਣੀ ਸੀਟ ਦੇ ਉੱਤੇ ਖੜ੍ਹੇ ਹੋ ਕੇ ਉਸ ਬਲਾਈਂਡ ਦੇ ਉੱਪਰੋਂ ਦੀ ਦੇਖਦੀ ਆ। ਸੋ ਹੁਣ ਜਿਹੜੀ ਬੱਸ ਆ ਉਹ ਨਦੀ ਦੇ ਕਿਨਾਰੇ ਦੇ ਨਾਲ ਜਾ ਰਹੀ ਆ ਅਤੇ ਜਿਹੜਾ ਰੋਡ ਆ ਉਹ ਕਾਫੀ ਜ਼ਿਆਦਾ ਨੈਰੋ ਆ। ਇੱਕ ਸਾਈਡ 'ਤੇ ਨਦੀ ਆ ਅਤੇ ਦੂਸਰੇ ਪਾਸੇ ਪਾਮ ਟਰੀਜ਼, ਗ੍ਰਾਸਲੈਂਡ, ਡਿਸਟੈਂਟ ਮਾਊਂਟੇਨਸ, ਬਲੂ ਐਂਡ ਬਲੂ ਸਕਾਈ ਦਿਖਾਈ ਦੇ ਰਿਹਾ ਵਾ। ਅਤੇ ਦੂਸਰੇ ਪਾਸੇ ਇੱਕ ਡੂੰਘੀ ਖਾਈ ਆ ਅਤੇ ਬਹੁਤ ਹੀ ਜ਼ਿਆਦਾ ਗਰੀਨ ਫੀਲਡਸ ਨੇ, ਏਕੜਸ ਐਂਡ ਏਕੜਸ ਆਫ ਗਰੀਨ ਫੀਲਡ ਨੇ, ਗਰੀਨ ਐਜ਼ ਫਾਰ ਦ ਆਈ ਕੁਡ ਸੀ, ਠੀਕ ਹੈ। ਸੋ ਜਿੱਥੇ ਤੱਕ ਆਈਜ਼ ਨੂੰ ਦਿਖਾਈ ਦਿੰਦਾ ਉੱਥੇ ਤੱਕ ਗਰੀਨਰੀ ਦਿਖਾਈ ਦਿੰਦੀ ਆ। ਓ ਇਟ ਵਾਜ਼ ਆਲ ਸੋ ਵੰਡਰਫੁਲ, ਵੈਲੀ ਕਹਿੰਦੀ ਹੈ ਵੀ ਸਭ ਕੁਛ ਬਹੁਤ ਜ਼ਿਆਦਾ ਵੰਡਰਫੁਲ ਆ। ਅਤੇ ਸਡਨਲੀ ਸ਼ੀ ਵਾਜ਼ ਸਟਾਰਟਲਡ ਬਾਈ ਅ ਵੋਇਸ, ਲਿਸਨ ਚਾਈਲਡ ਸੈਡ ਦ ਵੋਇਸ, ਯੂ ਸ਼ੁਡਨਟ ਸਟੈਂਡ ਲਾਈਕ ਦੈਟ, ਸਿਟ ਡਾਊਨ। ਸੋ ਅਚਾਨਕ ਹੀ ਹੁਣ ਉਹਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਅਤੇ ਆਵਾਜ਼ ਕੀ ਕਹਿੰਦੀ ਆ, ਸੁਣੋ ਬੱਚੇ
ਬੈਠ ਜਾਓ, ਇਸ ਤਰ੍ਹਾਂ ਖੜੇ ਨਾ ਹੋਵੋ। ਸੋ ਹੁਣ ਵੈਲੀ ਜਿਹੜੀ ਹੈਗੀ ਆ ਉਹ ਬੈਠਦੇ ਹੋਏ ਉਸ ਪਰਸਨ ਵੱਲ ਦੇਖਦੀ ਆ ਜਿਹਨੇ ਉਹਨੂੰ ਇਹ ਗੱਲ ਕਹੀ ਸੀਗੀ। ਇੱਕ ਐਲਡਰਲੀ ਮੈਨ ਸੀਗਾ ਜਿਹੜਾ ਕਿ ਸੱਚਮੁੱਚ ਹੀ ਉਹਦੇ ਲਈ ਕਾਫੀ ਜ਼ਿਆਦਾ ਕੰਸਰਨ ਸੀ। ਉਹਨੂੰ ਇਹ ਸੀਗਾ ਕਿ ਉਸ ਬੱਚੇ ਦੇ ਸੱਟ ਨਾ ਲੱਗ ਜਾਵੇ ਕਿਤੇ ਗਿਰਨ ਨਾਲ, ਪਰ ਵੈਲੀ ਜਿਹੜੀ ਹੈਗੀ ਆ ਉਹਦੀ ਅਟੈਂਸ਼ਨ ਤੋਂ ਉਹਦੇ ਨਾਲ ਗੁੱਸੇ ਹੋ ਜਾਂਦੀ ਆ। ਉਹ ਨਹੀਂ ਚਾਹੁੰਦੀ ਵੀ ਉਹਨੂੰ ਕੋਈ ਵੀ ਇੰਟਰਪਟ ਕਰੇ। ਸੋ ਵੈਲੀ ਕਹਿੰਦੀ ਇੱਥੇ ਕੋਈ ਵੀ ਨਹੀਂ ਹੈਗਾ ਜਿਹੜਾ ਬੱਚਾ ਹੈ, ਮੈਂ ਆਪਣੇ 30 ਪੈਸੇ ਜਿਹੜੇ ਹੈਗਾ ਕਿਰਾਇਆ ਉਹ ਪੇ ਕੀਤਾ ਆ। ਤਾਂ ਕੰਡਕਟਰ ਆ ਕੇ ਵਿੱਚੋਂ ਇੰਟਰਪਟ ਕਰਦੇ ਹੋਏ ਕਹਿੰਦਾ ਆ, ਉਹ ਸਰ ਬਟ ਦਿਸ ਇਜ਼ ਅ ਵੈਰੀ ਗਰੋਨ ਅਪ ਮੈਡਮ। ਕਹਿੰਦਾ ਉਹ ਸਰ ਇਹ ਤਾਂ ਬਹੁਤ ਵੱਡੀ ਮੈਡਮ ਆ ਕਿ ਤੁਹਾਨੂੰ ਲੱਗਦਾ ਵੀ ਇੱਕ ਛੋਟੀ ਜਿਹੀ ਗਰਲ ਜਿਹੜੇ ਹੈਗਾ ਆਪਣਾ ਕਿਰਾਇਆ ਦੇ ਕੇ ਅਤੇ ਇਕੱਲੀ ਸਿਟੀ ਦੇ ਵਿੱਚ ਜਾ ਸਕਦੀ ਆ। ਸੋ ਵੈਲੀ ਜਿਹੜੀ ਹੈਗੀ ਆ ਹੁਣ ਉਹ ਗੁੱਸੇ ਦੇ ਨਾਲ ਉਸ ਕੰਡਕਟਰ ਦੇ ਵੱਲ ਦੇਖਦੀ ਆ ਅਤੇ ਕਹਿੰਦੀ ਆ ਵੀ ਮੈਂ ਮੈਡਮ ਨਹੀਂ ਹੈਗੀ, ਇਹ ਗੱਲ ਯਾਦ ਰੱਖੋ, ਅਤੇ ਨਾਲੇ ਤੁਸੀਂ ਮੈਨੂੰ ਹਾਲੇ ਤੱਕ ਟਿਕਟ ਨਹੀਂ ਦਿੱਤੀ ਹੈਗੀ। ਸੋ ਕੰਡਕਟਰ ਕਹਿੰਦਾ ਓਕੇ ਮੈਂ ਯਾਦ ਰੱਖੂੰਗਾ। ਉਹਦੀ ਨਕਲ ਕਰਦੇ ਹੋਏ ਕਹਿੰਦਾ ਆ, ਅਤੇ ਹਰ ਕੋਈ ਹੱਸਦਾ ਆ। ਅਤੇ ਫਿਰ ਵੈਲੀ ਵੀ ਜਿਹੜੀ ਹੈਗੀ ਆ ਉਹਨਾਂ ਦੇ ਹਾਸੇ ਵਿੱਚ ਨੂੰ ਜੁਆਇਨ ਕਰ ਲੈਂਦੇ, ਉਹ ਵੀ ਹੱਸਣਾ ਸ਼ੁਰੂ ਕਰ ਦਿੰਦੀ ਆ। ਕੰਡਕਟਰ ਟਿਕਟ ਨੂੰ ਪੰਚ ਕਰਕੇ ਟਿਕਟ ਵੈਲੀ ਨੂੰ ਫੜਾ ਦਿੰਦਾ ਆ ਅਤੇ ਉਹ ਕਹਿੰਦਾ ਆ ਵੀ ਪਿੱਛੇ ਬੈਠ ਜਾਓ ਅਤੇ ਆਰਾਮ ਨਾਲ ਕੰਫਰਟੇਬਲੀ ਹੋ ਕੇ ਬੈਠੋ। ਵਾਈ ਸ਼ੁੱਡ ਯੂ ਸਟੈਂਡ ਵੈਨ ਯੂ ਹੈਵ ਪੇਡ ਫॉर द ਸੀਟ। ਕਹਿੰਦੇ ਵੀ ਤੂੰ ਖੜੀ ਕਿਉਂ, ਅਗਰ ਤੂੰ ਸੀਟ ਲਈ ਪੇ ਕੀਤਾ ਆ 30 ਪੈਸੇ ਤਾਂ ਖੜ ਕੇ ਕਿਉਂ ਜਾਣਾ ਹੈ। ਸੋ ਆਨਸਰ ਕਰਦੀ ਕਹਿੰਦੀ ਕਿਉਂਕਿ ਮੈਂ ਚਾਹੁੰਦੀ ਹਾਂ। ਉਹ ਦੁਬਾਰਾ ਫਿਰ ਖੜੀ ਹੋ ਜਾਂਦੀ ਆ। ਬਟ ਇਫ ਯੂ ਸਟੈਂਡ ਔਨ ਦ ਸੀਟ ਯੂ ਮੇ ਫਾਲ ਐਂਡ ਹਰਟ ਯੂਰ ਸੈਲਫ। ਸੋ ਕਹਿੰਦੇ ਅਗਰ ਤੂੰ ਸੀਟ 'ਤੇ ਖੜੀ ਹੋਏਂਗੀ ਤਾਂ ਤੂੰ ਗਿਰ ਸਕਦੀ ਹੈ ਅਤੇ ਤੈਨੂੰ ਸੱਟ ਲੱਗ ਸਕਦੀ ਆ। ਠੀਕ ਹੈ, ਜਦੋਂ ਬੱਸ ਜਿਹੜਾ ਹੈਗਾ ਕਿਸੇ ਸ਼ਾਰਪ ਟਰਨ ਤੋਂ ਮੁੜੂਗੀ ਜਾਂ ਕਿਸੇ ਬੰਮ ਦੇ ਉੱਪਰੋਂ ਦੀ ਲੰਘੂਗੀ ਤੈਨੂੰ ਸੱਟ ਲੱਗ ਸਕਦੀ ਹੈ। ਇਸੇ ਕਰਕੇ ਅਸੀਂ ਚਾਹੁੰਦੇ ਹਾਂ ਵੀ ਤੂੰ ਬੈਠ ਜਵੇਂ। ਸੋ ਹੁਣ ਉਹ ਇਰੀਟੇਬਲੀ ਗੁੱਸੇ ਦੇ ਵਿੱਚ ਆ ਕੇ ਕਹਿੰਦੀ ਮੈਂ ਕੋਈ ਬੱਚੀ ਨਹੀਂ ਹੈਗੀ, ਮੈਂ 8 ਸਾਲ ਦੀ ਹਾਂ। ਸੋ ਕੰਡਕਟਰ ਕਹਿੰਦਾ ਆਫ ਕੋਰਸ ਹਾਊ ਸਟੂਪਿਡ ਆਫ ਮੀ 8 years ਮਾਈ। ਕਹਿੰਦਾ ਹਾਂ ਆਫ ਕੋਰਸ, ਕਹਿੰਦਾ ਮੈਂ ਕਿੰਨਾ ਸਟੂਪਿਡ ਆ, 8 years ਦੀ ਗਰਲ ਨੂੰ ਮੈਂ ਕਹਿ ਰਿਹਾ ਕਿ ਉਹ ਇੱਕ ਚਾਈਲਡ ਹੈ। ਸੋ ਹੁਣ ਬੱਸ ਜਿਹੜੀ ਆ ਉਹ ਰੁਕਦੀ ਆ ਅਤੇ ਕੁਛ ਨਵੇਂ ਪੈਸੈਂਜਰਸ ਅੰਦਰ ਚੜ੍ਹਦੇ ਨੇ ਅਤੇ ਕੰਡਕਟਰ ਹੈਗਾ ਆ ਕੁਛ ਟਾਈਮ ਦੇ ਲਈ ਬਿਜ਼ੀ ਹੋ ਜਾਂਦਾ ਆ। ਅਤੇ ਹੁਣ ਵੈਲੀ ਨੂੰ ਇਹ ਹੋ ਜਾਂਦਾ ਵੀ ਕਿਤੇ ਉਹਦੀ ਕੋਈ ਸੀਟ 'ਤੇ ਆ ਕੇ ਨਾ ਬੈਠ ਜਾਵੇ, ਇਸ ਕਰਕੇ ਉਹ ਫਾਈਨਲੀ ਆਪਣੀ ਸੀਟ 'ਤੇ ਬੈਠ ਜਾਂਦੀ ਆ। ਅਤੇ ਇਹਨੇ ਨੂੰ ਇੱਕ ਐਲਡਰਲੀ ਵੂਮਨ ਜਿਹੜੀ ਹੈਗੀ ਆ ਆਉਂਦੀ ਹੈ ਅਤੇ ਉਹਦੇ ਇੱਕ ਸਾਈਡ 'ਤੇ ਬੈਠ ਜਾਂਦੀ ਆ ਅਤੇ ਉਹ ਵੈਲੀ ਨੂੰ ਪੁੱਛਦੀ ਆ ਵੀ ਤੂੰ ਇਕੱਲੀ ਆ। ਤਾਂ ਉਹ ਵੈਲੀ ਨੂੰ ਪੁੱਛਦੀ ਆ ਜਿਵੇਂ ਹੀ ਬੱਸ ਸਟਾਰਟ ਹੁੰਦੀ ਆ। ਤਾਂ ਵੈਲੀ ਜਿਹੜੀ ਹੈਗੀ ਆ ਉਸ ਨੂੰ ਉਹ ਵੂਮਨ ਜਿਹੜੀ ਹੈਗੀ ਆ ਅੱਛੀ ਨਹੀਂ ਲੱਗਦੀ ਹੈਗੀ। ਠੀਕ ਹੈ, ਰਿਪਲਸਿਵ ਮੀਨਸ ਕਾਜ਼ਿੰਗ ਸਟਰੋਂਗ ਡਿਸਲਾਈਕ। ਠੀਕ ਹੈ, ਉਹਨੂੰ ਡਿਸਲਾਈਕ ਕਰਦੀ ਆ। ਸੋ ਹੁਣ ਉਹਦੇ ਕੰਨਾਂ ਦੇ ਵਿੱਚ ਵੱਡੀਆਂ ਵੱਡੀਆਂ ਗਲੀਆਂ ਨੇ ਅਤੇ ਉਹਨਾਂ ਗਲੀਆਂ ਦੇ ਵਿੱਚ ਅਗਲੀ ਈਅਰਰਿੰਗਸ, ਗੰਦੇ ਜਿਹੇ ਭੱਦੇ ਜਿਹੇ ਈਅਰਰਿੰਗਸ ਪਾਏ ਹੋਏ ਨੇ। ਅਤੇ ਹੁਣ ਉਹਨੂੰ ਬੀਟਲ ਨਟ ਦੀ ਸਮੈਲ ਆਉਂਦੀ ਹੈ ਜਿਹੜੀ ਕਿ ਉਹ ਵੂਮਨ ਚਬਾ ਰਹੀ ਸੀਗੀ ਅਤੇ ਉਹ ਬੀਟਲ ਜੂਸ ਵੀ ਪੀ ਰਹੀ ਸੀਗੀ। ਦੈਟ ਵਾਜ਼ ਟ੍ਰੇਂਡਿੰਗ ਟੂ ਸਪਿਲ ਓਵਰ ਦ ਲਿਪਸ ਐਟ ਮੂਮੈਂਟ। ਓਕੇ, ਸੋ ਲੱਗਦਾ ਸੀ ਵੀ ਉਹ ਕਦੇ ਵੀ ਉਹਦੇ ਬੁੱਲਾਂ ਤੋਂ ਬਾਹਰ ਆ ਸਕਦਾ ਹੈ। ਉਹ ਕੁਡ ਵੀ ਸੋਸ਼ੇਬਲ ਵਿਦ ਸੱਚ ਅ ਪਰਸਨ। ਤਾਂ ਉਹ ਕਹਿੰਦੀ ਹੈ ਵੀ ਇੱਦਾਂ ਦੇ ਪਰਸਨ ਦੇ ਨਾਲ ਕੌਣ ਸੋਸ਼ੇਬਲ ਹੋ ਸਕਦਾ ਹੈ, ਕੌਣ ਇੱਦਾਂ ਦੇ ਪਰਸਨ ਦੇ ਨਾਲ ਗੱਲਬਾਤ ਕਰ ਸਕਦਾ ਹੈ। ਸੋ ਆਨਸਰ ਕਰਦੀ ਆ ਉਹ ਹੁਣ, ਕਹਿੰਦੇ ਕਰਟਲੀ। ਠੀਕ ਹੈ, ਕਰਟਲੀ ਮੀਨਸ ਸ਼ੋਇੰਗ ਡਿਸਪਲੇਜ਼ਰ। ਠੀਕ ਹੈ, ਹੁਣ ਉਹ ਖੁਸ਼ ਨਹੀਂ ਹੈਗੀ ਅਤੇ ਉਹ ਕਹਿ ਰਹੀ ਹੈ ਕਹਿੰਦੇ ਹਾਂ ਮੈਂ ਇਕੱਲੀ ਟਰੈਵਲ ਕਰ ਰਹੀ ਹਾਂ ਅਤੇ ਮੇਰੇ ਕੋਲ ਟਿਕਟ ਵੀ ਹੈਗੀ ਆ। ਤਾਂ ਕੰਡਕਟਰ ਕਹਿੰਦਾ ਹਾਂਜੀ ਉਹ ਟਾਊਨ ਜਾ ਰਹੀ ਆ ਅਤੇ ਉਹਨੇ 30 ਪੈਸੇ ਦੀ ਟਿਕਟ ਖਰੀਦੀ ਆ। ਤਾਂ ਉਹ ਕਹਿੰਦੀ ਉਹ ਤੁਸੀਂ ਆਪਣਾ ਕੰਮ ਵੱਲ ਧਿਆਨ ਕਿਉਂ ਨਹੀਂ ਦਿੰਦੇ ਹੈਗੇ, ਵੈਲੀ ਕੰਡਕਟਰ ਨੂੰ ਕਹਿੰਦੀ ਆ। ਬਟ ਸ਼ੀ ਲਵਡ ਆਲ ਦਾ ਸੇਮ ਐਂਡ ਦਾ ਕੰਡਕਟਰ ਲਵ ਟੂ। ਪਰ ਉਹ ਹੱਸਦੀ ਆ ਅਤੇ ਕੰਡਕਟਰ ਵੀ ਹੱਸਦਾ ਹੈ। ਬਟ ਦ ਓਲਡ ਵੂਮਨ ਵੈਂਟ ਔਨ ਵਿਦ ਹਰ ਡਰਿਵਲ ਮੀਨਸ ਸਿਲੀ ਨੌਨਸੈਂਸ। ਠੀਕ ਹੈ, ਸੋ ਹੁਣ ਜਿਹੜੀ ਓਲਡ ਵੂਮਨ ਆਪਣੀਆਂ ਉਹ ਨੌਨਸੈਂਸ ਗੱਲਾਂ ਕਰਦੀ ਰਹਿੰਦੀ ਆ ਕਿ ਅਤੇ ਉਹ ਕਹਿੰਦੀ ਵੀ ਇਜ਼ ਇਟ ਪ੍ਰੋਪਰ ਫॉर ਸੱਚ ਅ ਯੰਗ ਪਰਸਨ ਪ੍ਰੋਬਲੀ, ਇੱਦਾਂ ਦੇ ਯੰਗ ਪਰਸਨ ਲਈ ਇਕੱਲੇ ਟਰੈਵਲ ਕਰਨਾ ਕੀ ਇਹ ਸਹੀ ਹੈ। ਡੂ ਯੂ ਨੋ ਐਗਜ਼ੈਕਟਲੀ ਵੇਅਰ ਯੂ ਆਰ ਗੋਇੰਗ ਇਨ ਟਾਊਨ। ਕਿ ਤੁਹਾਨੂੰ ਪਤਾ ਤੂੰ ਕਿੱਥੇ ਜਾ ਰਹੀ ਹੈ, ਕਿਹੜੀ ਸਟਰੀਟ ਦੇ ਵਿੱਚ ਜਾ ਰਹੀ ਹੈ ਅਤੇ ਹਾਊਸ ਨੰਬਰ ਕੀ ਆ। ਸੋ ਹੁਣ ਉਹ ਲੇਡੀ ਨੂੰ ਕਹਿੰਦੇ ਤੈਨੂੰ ਇਹ ਸਭ ਕਸ ਦੀ ਚਿੰਤਾ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ, ਮੈਂ ਆਪਣੀ ਕੇਅਰ ਆਪਣੇ ਆਪ ਕਰ ਸਕਦੀ ਹਾਂ। ਅਤੇ ਉਹ ਆਪਣਾ ਹੁਣ ਫੇਸ ਵਿੰਡੋ ਵੱਲ ਘੁਮਾਉਂਦੇ ਹੋਏ ਅਤੇ ਬਾਹਰ ਦੇਖਦੇ ਹੋਏ ਇਹ ਸਭ ਕੁਝ ਕਹਿੰਦੀ ਹੈ।